ਸਤਿ ਸ੍ਰੀ ਅਕਾਲ। ਮੈਂ ਪੰਜਾਬੀ ਟੀਚਰ ਮਿਸਿਜ਼ ਬਲਵੀਰ ਕੌਰ ਬਿਰਜ ਲਾਲ ਜਿੰਦਲ DAV ਪਬਲਿਕ ਸਕੂਲ ਜਾਖਲ ਮੰਡੀ ਤੋਂ ਜਮਾਤ 10ਵੀਂ ਪੁਸਤਕ ਸਾਹਿਤਿਕ ਕਿਰਨਾਂ ਦਾ ਭਾਗ ਦੂਜਾ ਵਾਰਤਕ ਵਿੱਚੋਂ ਸਾਡਾ ਦੂਜਾ ਲੈਸਨ ਦੂਜਾ ਪਾਠ ਹੈਂਕੜ ਅਤੇ ਹਉਮੈ ਦੀ ਮਾਰ ਲੈ ਕੇ ਤੁਹਾਡੇ ਰੂਬਰੂ ਹੋ ਰਹੀ ਹਾਂ। ਹੈਂਕੜ ਅਤੇ ਹਉਮੈ ਦੀ ਮਾਰ ਜੋ ਹੈ ਲੇਖ ਇਹ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖਿਆ ਗਿਆ ਹੈ। ਹੈਂਕੜ ਅਤੇ ਹਉਮੈ ਦੀ ਮਾਰ। ਹੈਂਕੜ ਦਾ ਮਤਲਬ ਹੁੰਦਾ ਆਕੜ ਅਤੇ ਹਉਮੈ ਦਾ ਮਤਲਬ ਹੁੰਦਾ ਹੰਕਾਰ। ਹਉਮੈ ਜੋ ਹੈ ਇੱਕ ਰੋਗ ਹੈ। ਹਉਮੈ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਬਿਮਾਰੀ ਹੈ। ਅਕਸਰ ਵੇਖਿਆ ਜਾਂਦਾ ਹੈ ਕਿ ਜਿਉਂ-ਜਿਉਂ ਵਿਅਕਤੀ ਬੁੱਧੀਮਾਨ ਹੁੰਦਾ ਜਾਂਦਾ ਹੈ ਤਿਉਂ-ਤਿਉਂ ਉਸ ਵਿੱਚ ਹੰਕਾਰ ਵੀ ਆਉਂਦਾ ਜਾਂਦਾ ਹੈ। ਅਕਲ ਅਤੇ ਹੰਕਾਰ ਨਾਲੋਂ ਨਾਲ ਚੱਲਦੇ ਹਨ। ਜਿਵੇਂ ਧਨਵਾਨ ਵਿਅਕਤੀ ਨੂੰ ਇਹ ਹੰਕਾਰ ਹੁੰਦਾ ਹੈ ਕਿ ਉਸ ਕੋਲ ਬਹੁਤ ਧਨ ਦੌਲਤ ਹੈ। ਇਸੇ ਤਰ੍ਹਾਂ ਕਈ ਵਾਰ ਵਿਅਕਤੀ ਨੂੰ ਆਪਣੇ ਅਹੁਦੇ ਦਾ ਵੀ ਬੜਾ ਹੰਕਾਰ ਹੋ ਜਾਂਦਾ ਹੈ। ਇੱਥੋਂ ਤੱਕ ਕਿ ਬੁੱਧੀਜੀਵੀ ਵਿਅਕਤੀ ਵੀ ਹੰਕਾਰ ਤੋਂ ਨਹੀਂ ਬਚ ਸਕਦੇ। ਹਉਮੈ ਉਹਨਾਂ ਦੀ ਸ਼ਖਸੀਅਤ ਨੂੰ ਚੰਗਾ ਜਾਂ ਮਾੜਾ ਬਣਾ ਸਕਦੀ ਹੈ। ਹਉਮੈ 'ਤੇ ਕਾਬੂ ਪਾਉਣਾ। ਹਉਮੈ ਨੂੰ ਕਾਬੂ ਵਿੱਚ ਰੱਖਣਾ ਬਹੁਤ ਔਖਾ ਹੈ। ਆਮ ਵਿਅਕਤੀ ਦੇ ਵੱਸ ਤੋਂ ਬਾਹਰ ਹੁੰਦਾ ਹੈ। ਇਹ ਬੇਚੈਨੀ ਅਤੇ ਕਲੇਸ਼ ਪੈਦਾ ਕਰਦਾ ਹੈ। ਤਾਂ ਹੀ ਸਰੀਰ ਨੂੰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ। ਜਿਹੜਾ ਇਨਸਾਨ ਹਉਮੈ 'ਤੇ ਕਾਬੂ ਪਾਉਣਾ ਸਿੱਖ ਜਾਂਦਾ ਹੈ ਸਮਝੋ ਉਹ ਰੱਬ ਦਾ ਹੀ ਰੂਪ ਹੋ ਜਾਂਦਾ ਹੈ। ਇਹੋ ਜਿਹੇ ਮਨੁੱਖ ਦੀ ਸੰਗਤ ਵੀ ਬੜੀ ਆਨੰਦਮਈ ਲੱਗਦੀ ਹੈ। ਪੈਸਾ ਅਤੇ ਅਕਲ ਗਿਆਨ ਆਦਿ ਦਾ ਰੁਤਬਾ ਹਮੇਸ਼ਾ ਨੀਵਾਂ ਹੀ ਰਹਿੰਦਾ ਹੈ ਜਦ ਕਿ ਨਿਮਰਤਾ ਅਤੇ ਹਲੀਮੀ ਦਾ ਰੁਤਬਾ ਹਮੇਸ਼ਾ ਉੱਚਾ ਹੁੰਦਾ ਹੈ। ਇਹਨਾਂ ਦੋਵਾਂ ਦਾ ਆਪਸ ਵਿੱਚ ਸੰਤੁਲਨ ਨਹੀਂ ਹੁੰਦਾ। ਹਉਮੈ ਕਿਵੇਂ ਆਉਂਦੀ ਹੈ? ਆਮ ਤੌਰ 'ਤੇ ਇਨਸਾਨ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਉਸ ਵਿੱਚ ਹਉਮੈ ਆ ਗਈ ਹੈ। ਲੇਖਕ ਇਸ ਦੀ ਪੁਸ਼ਟੀ ਆਪਣੇ ਤਜਰਬੇ ਅਤੇ ਆਪਣੇ ਕਿੱਤੇ ਦੇ ਆਧਾਰ 'ਤੇ ਛੋਟੇ ਬੱਚਿਆਂ ਤੋਂ ਕਰਦੀ ਹੈ ਕਿਉਂਕਿ ਲੇਖਿਕਾ ਜਿਹੜੀ ਹੈ ਉਹ ਛੋਟੇ ਬੱਚਿਆਂ ਦੀ ਡਾਕਟਰ ਹੈ। ਬੱਚੇ ਦੇ ਮਨ ਵਿੱਚ ਹਉਮੈ ਦਾ ਆਉਣਾ। ਲੇਖਕ ਦੱਸਦੀ ਹੈ ਕਿ ਜਦੋਂ ਬੱਚੇ ਨੂੰ ਪੈਸੇ ਦੀ ਅਹਿਮੀਅਤ ਦਾ ਪਤਾ ਲੱਗਣ ਲੱਗ ਜਾਂਦਾ ਹੈ ਤਾਂ ਉਦੋਂ ਹੀ ਉਸ ਦੇ ਮਨ ਵਿੱਚ ਹਉਮੈ ਦੀ ਪਹਿਲੀ ਕਿਰਨ ਪੈਦਾ ਹੋ ਜਾਂਦੀ ਹੈ। ਇਸ ਦਾ ਪ੍ਰਗਟਾਵਾ ਉਹ ਆਪਣੇ ਦੋਸਤਾਂ ਨਾਲ ਗੱਲਬਾਤ ਰਾਹੀਂ ਕਰਨ ਲੱਗ ਪੈਂਦਾ ਹੈ। ਉਹ ਆਪਣੇ ਦੋਸਤਾਂ ਨੂੰ ਦੱਸਦਾ ਹੈ ਕਿ ਉਸ ਦੇ ਪਾਪਾ ਕੋਲ ਸਭ ਤੋਂ ਵੱਡੀ ਅਤੇ ਮਹਿੰਗੀ ਕਾਰ ਹੈ। ਉਹ ਇਹ ਵੀ ਕਹਿੰਦਾ ਹੈ ਕਿ ਉਸ ਦਾ ਜਿਹੜਾ ਬਸਤਾ ਹੈ ਬਹੁਤ ਮਹਿੰਗਾ ਹੈ। ਜਦੋਂ ਬੱਚੇ ਅੰਦਰ ਇਹੋ ਜਿਹੇ ਵਿਚਾਰ ਉਸਦੇ ਮਨ ਅੰਦਰ ਆ ਜਾਂਦੇ ਹਨ ਤਾਂ ਉਹ ਗਰੀਬ ਦੋਸਤਾਂ ਨੂੰ ਹੋਰ ਵੀ ਜ਼ਿਆਦਾ ਮਜ਼ਾਕ ਉਡਾਉਣ ਲਈ ਉਹਨਾਂ ਦਾ ਇੱਕ ਆਪਣੀ ਜ਼ਿੰਦਗੀ 'ਚ ਹਿੱਸਾ ਬਣਾ ਲੈਂਦਾ ਹੈ ਕਿਉਂਕਿ ਉਹ ਚੰਗੇ ਮਾੜੇ ਕੱਪੜਿਆਂ ਬਾਰੇ ਸੋਚਣ ਲੱਗ ਜਾਂਦਾ ਹੈ। ਆਪਣੇ ਤੋਂ ਨੀਵੇਂ ਦੋਸਤਾਂ ਦਾ ਮਜ਼ਾਕ ਉਡਾਉਣ ਲੱਗ ਜਾਂਦਾ ਹੈ। ਬੱਚਿਆਂ ਦੀ ਹਉਮੈ ਅਸਥਿਰ। ਛੋਟੇ ਬੱਚਿਆਂ ਵਿਚਲੀ ਜਿਹੜੀ ਹਉਮੈ ਕੋਈ ਪੱਕੀ ਨਹੀਂ ਰਹਿੰਦੀ। ਤਾਂ ਹੀ ਕਈ ਵਾਰ ਅਮੀਰ ਗਰੀਬ ਦਾ ਫਰਕ ਹੁੰਦਿਆਂ ਵੀ ਉਹਨਾਂ ਵਿੱਚ ਦੋਸਤੀ ਹੋ ਜਾਂਦੀ ਹੈ। ਜੇ ਇਹ ਦੋਸਤੀ ਵੀ ਤਰਸ ਦਾ ਆਧਾਰ 'ਤੇ ਕੀਤੀ ਜਾਵੇ ਤਾਂ ਥੋੜ੍ਹੀ ਚਿਰ ਲਈ ਹੀ ਹੁੰਦੀ ਹੈ। ਫਿਰ ਦੋਵਾਂ ਦੇ ਵਿਚਕਾਰ ਇੱਕ ਸਾਂਝ ਪੈ ਜਾਂਦੀ ਹੈ ਅਤੇ ਅਮੀਰੀ ਅਤੇ ਗਰੀਬੀ ਦਾ ਕੋਈ ਭੇਦ ਫਿਰ ਨਹੀਂ ਰਹਿੰਦਾ ਅਤੇ ਫਿਰ ਉਹ ਦੋਸਤੀ ਪੱਕੀ ਹੋ ਜਾਂਦੀ ਹੈ। ਸੁੰਦਰਤਾ ਅਤੇ ਮਾਣ। ਜਦੋਂ ਬੱਚਾ ਥੋੜ੍ਹਾ ਜਿਹਾ ਵੱਡਾ ਹੋ ਜਾਂਦਾ ਹੈ ਤਾਂ ਕਈ ਵਾਰ ਉਹਨਾਂ ਨੂੰ ਆਪਣੀ ਜਿਹੜੀ ਹੈ ਸੁੰਦਰਤਾ ਟੌਰ ਉਹ ਉਹਨਾਂ ਦੇ ਹੰਕਾਰ ਦਾ ਕਾਰਨ ਬਣ ਜਾਂਦਾ ਹੈ। ਬੱਚਾ ਇਹ ਸਮਝਦਾ ਹੈ ਕਿ ਉਹ ਸਭ ਤੋਂ ਸੋਹਣਾ ਹੈ। ਉਸ ਨੂੰ ਆਪਣੇ ਸੋਹਣੇਪਨ ਦੇ ਉੱਤੇ ਹੰਕਾਰ ਆ ਜਾਂਦਾ ਹੈ। ਉਹ ਦੂਜੇ ਬੱਚਿਆਂ ਨਾਲੋਂ ਦੂਰੀ ਬਣਾ ਕੇ ਰੱਖਦਾ ਹੈ। ਇਸ ਕਰਕੇ ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਜਿਹੜੇ ਉਸਦੇ ਆਪਦੇ ਦੋਸਤ ਹੁੰਦੇ ਹਨ ਉਸਦੇ ਹੰਕਾਰ ਦੇ ਕਾਰਨ ਉਸਦਾ ਸਾਥ ਛੱਡ ਜਾਂਦੇ ਹਨ। ਦੋ ਹੰਕਾਰੀਆਂ ਵਿੱਚ ਦੁਸ਼ਮਣੀ। ਜੇਕਰ ਦੋਵੇਂ ਹੰਕਾਰ ਕਰਦੇ ਹੋਣ
ਤਾਂ ਉਹਨਾਂ ਦਾ ਹੰਕਾਰ ਇੰਨਾ ਵੱਧ ਜਾਂਦਾ ਹੈ, ਕਿਉਂਕਿ ਦੋਵਾਂ ਵਿੱਚੋਂ ਕੋਈ ਵੀ ਹੰਕਾਰ ਛੱਡਣ ਲਈ ਤਿਆਰ ਨਹੀਂ ਹੁੰਦਾ, ਤਾਂ ਫਿਰ ਉਹ ਦੋਵਾਂ ਦੇ ਵਿੱਚ ਦੁਸ਼ਮਣੀ ਬਣ ਜਾਂਦੀ ਹੈ। ਕਿਉਂਕਿ ਹੰਕਾਰੀ ਦਾ ਜਿਹੜਾ ਸੁਭਾਅ ਹੁੰਦਾ ਹੈ ਉਹ ਹੀ ਉਹਨਾਂ ਨੂੰ ਆਪਸ ਦੇ ਵਿੱਚ ਦੁਸ਼ਮਣ ਬਣਾ ਦਿੰਦਾ ਹੈ, ਅਤੇ ਜਿਹੜੀ ਹਉਮੈ ਹੁੰਦੀ ਹੈ ਇਹ ਦੋਸਤੀ ਦੀ ਇੱਕ ਪੱਕੀ ਉਹਨਾਂ ਵਿੱਚ ਕੰਧ ਬਣ ਜਾਂਦੀ ਹੈ। ਪੜ੍ਹਾਈ ਦਾ ਹੰਕਾਰ। ਕਈ ਵਾਰੀ ਕਈ ਬੱਚੇ ਇਸ ਲਈ ਹੰਕਾਰ ਵਿੱਚ ਆ ਜਾਂਦੇ ਹਨ ਕਿ ਉਹ ਬਹੁਤ ਹੁਸ਼ਿਆਰ ਹਨ। ਇਸ ਹੰਕਾਰ ਨਾਲ ਹੀ ਉਹ ਦੂਜੇ ਬੱਚਿਆਂ ਨਾਲ ਜਿਹੜੀ ਇਹ ਬਹਿਸਬਾਜ਼ੀ ਕਰਦੇ ਹਨ, ਉਹਨਾਂ ਨਾਲ ਵਿਤਕਰਾ ਕਰਦੇ ਹਨ। ਉਹ ਆਪ ਵੀ ਬਾਕੀਆਂ ਨਾਲੋਂ ਆਪਣੇ ਆਪ ਨੂੰ ਉੱਚਾ ਸਮਝਦੇ ਹਨ ਅਤੇ ਉਹਨਾਂ ਤੋਂ ਵੱਖਰੇ ਬੈਠਦੇ ਹਨ, ਵੱਖਰੇ ਰਹਿੰਦੇ ਹਨ, ਅਤੇ ਬਾਕੀ ਬੱਚੇ ਵੀ ਉਸ ਦੇ ਪ੍ਰਤੀ ਕੋਈ ਚੰਗੀ ਸੋਚ ਫਿਰ ਨਹੀਂ ਰੱਖਦੇ, ਕਿਉਂਕਿ ਉਹ ਉਸ ਨੂੰ ਕਿਤਾਬੀ ਕੀੜਾ ਕਹਿੰਦੇ ਹਨ। ਉਸ ਨਾਲੋਂ ਦੋਸਤੀ ਵੀ ਫਿਰ ਉਹ ਤੋੜ ਲੈਂਦੇ ਹਨ। ਨਤੀਜਿਆਂ ਦਾ ਅਸਰ। ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਇੱਕ ਕਲਾਸ ਦੇ 2 ਬੱਚੇ ਪਹਿਲੇ ਨੰਬਰ ਦੇ ਆਉਣ ਦੀ ਦੌੜ ਵਿੱਚ ਸ਼ਾਮਲ ਹੋਣ ਲਈ ਮੁਕਾਬਲੇ ਦੀ ਭਾਵਨਾ ਨਾਲ ਪੜ੍ਹਦੇ ਹਨ, ਜਿਸ ਦੇ ਕਈ ਵਾਰ ਤਾਂ ਚੰਗੇ ਸਿੱਟੇ ਨਿਕਲਦੇ ਹਨ, ਅਤੇ ਕਈ ਵਾਰ ਇਹ ਮੁਕਾਬਲਾ ਦੀ ਜਿਹੜੀ ਭਾਵਨਾ ਹੈ ਇਹ ਕਈ ਵਾਰ ਬੱਚਿਆਂ ਦੇ ਵਿੱਚ ਇੱਕ ਵਿਤਕਰਾ ਵੀ ਪੈਦਾ ਕਰ ਦਿੰਦੀ ਹੈ, ਹੰਕਾਰ ਪੈਦਾ ਕਰ ਦਿੰਦੀ ਹੈ। ਕਿਉਂਕਿ ਮੁਕਾਬਲੇ ਦੀ ਭਾਵਨਾ ਨਾਲ ਪੜ੍ਹਾਈ ਵੀ ਹੋ ਜਾਂਦੀ ਹੈ ਅਤੇ ਹੁਸ਼ਿਆਰ ਵੀ ਹੁੰਦੇ ਨੇ, ਪਰ ਕਈ ਵਾਰੀ ਜਿਹੜੀ ਹਾਰ ਹੈ ਉਹ ਮਾੜਾ ਪ੍ਰਭਾਵ ਪਾ ਜਾਂਦੀ ਹੈ। ਜਿਹੜਾ ਕਿ ਬੱਚੇ ਪਹਿਲੇ ਨੰਬਰ 'ਤੇ ਨਹੀਂ ਆ ਸਕਦਾ ਉਹ ਤਾਂ ਨਿਰਾਸ਼ ਹੋ ਜਾਂਦਾ ਹੈ, ਅਤੇ ਜਿਹੜਾ ਪਹਿਲੇ ਨੰਬਰ 'ਤੇ ਆਉਂਦਾ ਹੈ ਉਹਦੇ ਵਿੱਚ ਹਉਮੈ ਆ ਜਾਂਦੀ ਹੈ। ਉਹ ਦੂਜੇ ਬੱਚਿਆਂ ਨਾਲ ਘੱਟ ਬੋਲਦਾ ਹੈ, ਅਤੇ ਦੂਸਰੇ ਜਿਹੜੇ ਉਹਦੇ ਦੋਸਤ ਹੁੰਦੇ ਹਨ ਉਹਦੇ ਘੱਟ ਬੋਲਣ ਦੇ ਨਾਲ, ਉਸਦੇ ਹੰਕਾਰ ਦੇ ਨਾਲ ਉਹਦੇ ਨਾਲ ਦੋਸਤੀ ਤੋੜ ਕੇ ਉਸ ਤੋਂ ਦੂਰ ਹੋ ਜਾਂਦੇ ਹਨ। ਇਸੇ ਤਰ੍ਹਾਂ ਹੰਕਾਰ ਦਾ ਵਿਅਹੁਤਾ ਜੀਵਨ। ਜਦੋਂ ਕਿਸੇ ਹੰਕਾਰੀ ਵਿਅਕਤੀ ਦਾ ਵਿਆਹ ਹੋ ਜਾਂਦਾ ਹੈ, ਉਹਦਾ ਵਿਅਹੁਤਾ ਜੀਵਨ ਹੈ ਜਿਹੜਾ ਉਹ ਜ਼ਿਆਦਾ ਖੁਸ਼ੀਆਂ ਵਾਲਾ ਨਹੀਂ ਰਹਿੰਦਾ, ਕਿਉਂਕਿ ਅਜਿਹੇ ਵਿਅਕਤੀ ਆਪਣੇ ਜੀਵਨ ਵਿੱਚ ਸਾਥੀ, ਆਪਣੇ ਨਾਲ ਦੇ ਸਾਥੀ ਨੂੰ ਵੀ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਦੇ ਕਾਰਨ ਉਹਨਾਂ ਦਾ ਰਿਸ਼ਤਾ ਨਿਭਣਾ ਬੜਾ ਮੁਸ਼ਕਲ ਹੋ ਜਾਂਦਾ ਹੈ। ਇੱਥੋਂ ਤੱਕ ਕਿ ਦੋਵੇਂ ਇੱਕ ਦੂਜੇ ਨੂੰ ਦੋਵਾਂ ਦੇ ਮਨ ਦੇ ਵਿੱਚ ਇੱਕ ਦੂਜੇ ਨੂੰ ਹੀਨ ਭਾਵਨਾ ਆ ਜਾਂਦੀ ਹੈ, ਜਿਸ ਦੇ ਕਾਰਨ ਉਹਨਾਂ ਦੀ ਜ਼ਿੰਦਗੀ ਵਿੱਚ ਉਹਨਾਂ ਦਾ ਰਿਸ਼ਤਾ ਇੰਨਾ ਵਿਗੜ ਜਾਂਦਾ ਹੈ ਕਿ ਹੰਕਾਰ ਦੇ ਕਾਰਨ ਉਹਨਾਂ ਦਾ ਰਿਸ਼ਤਾ ਵੀ ਟੁੱਟ ਸਕਦਾ ਹੈ। ਇਸੇ ਤਰ੍ਹਾਂ ਹੈ ਹੰਕਾਰੀ ਦੀ ਪਛਾਣ। ਹੰਕਾਰੇ ਹੋਏ ਵਿਅਕਤੀ ਦੀ ਇਹੋ ਪਛਾਣ ਹੈ ਕਿ ਆਪਣੇ ਬਾਰੇ ਮਾਮੂਲੀ ਜਿਹੀ ਟੋਕਾ ਟਾਕੀ ਵਿੱਚ ਵੀ ਖਿਝ ਜਾਂਦਾ ਹੈ। ਕਿਸੇ ਦੇ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਨਹੀਂ ਕਰਦਾ, ਸਗੋਂ ਟਾਲ ਮਟੋਲ ਕਰਕੇ ਉੱਥੋਂ ਖਹਿੜਾ ਛਡਾਉਣ ਦੀ ਕੋਸ਼ਿਸ਼ ਕਰਦਾ ਹੈ, ਅਤੇ ਆਪਣੇ ਸਾਥੀਆਂ ਕੋਲੋਂ ਵੀ ਅੱਖ ਬਚਾ ਕੇ ਲੰਘ ਜਾਂਦਾ ਹੈ, ਅਤੇ ਗੱਲਬਾਤ ਕਰਕੇ ਸਵਾਲ ਪੁੱਛਣ 'ਤੇ ਵੀ ਅੱਗੋਂ ਖਿੱਚਦਾ ਹੈ। ਝਗੜੇਬਾਜ਼, ਗੱਪਬਾਜ਼ ਹੰਕਾਰੀ। ਇਹ ਜਿਹੜੇ ਹੰਕਾਰੀ ਹੁੰਦੇ ਹਨ ਇਹ ਮਹਿੰਗੇ ਤੋਂ ਮਹਿੰਗਾ ਪਹਿਰਾਵਾ ਪਾ ਕੇ ਪਰ ਦੂਜਿਆਂ ਦੇ ਪਹਿਰਾਵਿਆਂ ਨੂੰ ਵੇਖ ਕੇ ਈਰਖਾ ਕਰਦੇ ਹਨ, ਅਤੇ ਆਪਣੀ ਗਲਤੀ ਨਹੀਂ ਮੰਨਦੇ ਅਤੇ ਦੂਜੇ ਦੀ ਗਲਤੀ ਕੱਢਦੇ ਹਨ, ਅਤੇ ਉੱਥੇ ਇਹਨਾਂ 'ਤੇ ਗੁੱਸਾ ਕਰਦੇ ਹਨ। ਇਸੇ ਤਰ੍ਹਾਂ ਇੱਕ ਹੱਡ ਬੀਤੀ ਘਟਨਾ ਜਿਹੜੀ ਹੈ ਸਾਡੀ ਲੇਖਿਕਾ ਦੱਸ ਰਹੀ ਹੈ। ਲੇਖਿਕਾ ਦਾ ਕਹਿਣਾ ਹੈ ਕਿ ਇੱਕ ਵਾਰ ਇੱਕ ਬੱਚਾ ਹਸਪਤਾਲ ਦੇ ਵਿੱਚ ਆਉਂਦਾ ਹੈ ਜੋ ਲਹੂਲੁਹਾਨ ਹੁੰਦਾ ਹੈ, ਨਾਲ ਉਹਦੀ ਮਾਂ ਆਉਂਦੀ ਹੈ। ਜਦੋਂ ਲੇਖਿਕਾ ਡਾਕਟਰ ਉਸਨੂੰ ਪੁੱਛਦੀ ਹੈ ਤਾਂ ਉਹਦੀ ਮਾਂ ਦੱਸਦੀ ਹੈ, ਕਹਿੰਦੀ ਹੈ ਕਿ ਇਸ ਬੱਚੇ ਦੇ ਪਿਤਾ ਨੇ ਇੱਕ ਮਹਿੰਗੀ ਕਾਰ ਖਰੀਦ ਕੇ ਲਿਆਇਆ ਸੀ। ਘਰ ਵਿੱਚ ਉਸ ਬੱਚੇ ਦੇ ਪਿਤਾ ਨੇ ਆਪਣੇ ਦੋਸਤਾਂ ਦੀ ਇੱਕ ਪਾਰਟੀ ਰੱਖੀ ਸੀ ਨਵੀਂ ਕਾਰ ਖਰੀਦਣ ਦੀ ਖੁਸ਼ੀ ਵਿੱਚ। ਬੱਚੇ ਨੇ ਕਾਰ ਦੇ ਉੱਤੇ ਕਿੱਲ ਨਾਲ ਕੁਝ ਲਿਖਣ ਦੀ ਕੋਸ਼ਿਸ਼ ਕਰਨ ਲੱਗਾ, ਝਰੀਟ ਮਾਰਤੀ। ਪਿਤਾ ਨੇ ਜਦੋਂ ਵੇਖਿਆ ਤਾਂ ਉਹ ਗੁੱਸੇ ਵਿੱਚ ਇੰਨਾ ਆਇਆ ਕਿ ਉਸਨੇ ਆਪਣੇ ਕਾਰ ਦੇ ਰੈਂਚ ਦੇ ਨਾਲ ਆਪਣੇ ਬੱਚੇ ਨੂੰ ਇੰਨਾ ਕੁੱਟਿਆ ਕਿ ਕੁੱਟ ਕੇ ਉਸ ਬੱਚੇ ਦਾ ਹੱਥ ਹੀ ਤੋੜ ਦਿੱਤਾ। ਇਹ ਉਸ ਆਦਮੀ ਦਾ ਹੰਕਾਰ ਸੀਗਾ ਜਿਸ ਨੇ ਆਪਣੇ ਬੱਚੇ ਦੇ ਬਾਰੇ ਵੀ ਨਹੀਂ ਸੋਚਿਆ, ਪਰ ਉਸ ਬੱਚੇ ਨੂੰ ਪੁੱਛਣ 'ਤੇ ਉਸ ਬੱਚੇ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਹ ਤਾਂ ਕਾਰ ਦੇ ਉੱਤੇ ਆਈ ਲਵ ਯੂ ਪਾਪਾ ਲਿਖ ਰਿਹਾ ਸੀ, ਪਰ ਅਜੇ ਸ਼ਬਦ ਤਾਂ ਉਸਨੇ ਲਿਖਣੇ ਸ਼ੁਰੂ ਵੀ ਨਹੀਂ ਸੀ ਕੀਤੇ ਕਿ ਪਹਿਲਾਂ ਹੀ ਉਸਦੇ ਪਿਤਾ ਨੇ ਉਸ ਨੂੰ ਮਾਰ ਕੇ ਉਸਦਾ ਹੱਥ ਤੋੜ ਦਿੱਤਾ। ਇਹ ਜਿਹੜੇ ਬੱਚੋ ਹੰਕਾਰ ਹੈ ਬਹੁਤ ਮਾੜੀ ਚੀਜ਼ ਹੈ। ਇਸ ਤਰ੍ਹਾਂ ਹੈ ਕਿ ਹਰ ਇੱਕ ਦੇ ਵਿੱਚ ਕੁਛ ਨਾ ਕੁਛ ਕਿਸੇ ਤਰ੍ਹਾਂ ਦਾ ਹੰਕਾਰ ਆ ਜਾਂਦਾ ਹੈ। ਜਦੋਂ ਬੱਚੇ ਦਾ ਹੱਥ ਟੁੱਟਿਆ, ਮਾਂ ਨੂੰ ਬੜਾ ਗੁੱਸਾ ਆਇਆ। ਗੁੱਸਾ ਆਉਣ ਦੇ ਕਾਰਨ ਜਿਹੜਾ ਪਿਓ ਸੀ ਉਸ ਨੇ ਉਸਦੀ ਮਾਂ ਨੂੰ ਤਲਾਕ ਦੇ ਦਿੱਤਾ, ਜਿਸ ਦੇ ਹੰਕਾਰ ਦੇ ਕਾਰਨ ਦੋਵਾਂ ਦਾ ਰਿਸ਼ਤਾ ਸੀ ਜਿਹੜਾ ਉਹ ਟੁੱਟ ਗਿਆ।
ਵਾਹ ਪੈਣ ਜਾਣਾ ਤੇ ਸਮਝਦਾਰੀ। ਮੰਨ ਲਓ ਤੁਹਾਡੀ ਕਿਸੇ ਆਕੜ ਖਾਂ ਵਿਅਕਤੀ ਨਾਲ ਜੇ ਵਾਹ ਪੈ ਜਾਂਦਾ ਹੈ ਤੇ ਤੁਹਾਨੂੰ ਉਸ ਨਾਲ ਨਿਭਾਉਣਾ ਵੀ ਪੈ ਜਾਂਦਾ ਹੈ, ਤਾਂ ਕਦੇ ਵੀ ਆਪਣੇ ਅੰਦਰ ਗੁੱਸਾ ਤਣਾਅ ਪੈਦਾ ਨਾ ਕਰੋ। ਇਸ ਨਾਲ ਜਿਹੜੀ ਹੈ ਤੁਹਾਡੀ ਜ਼ਿੰਦਗੀ ਜਿਹੜੀ ਨਰਕ ਬਣ ਸਕਦੀ ਹੈ। ਚੁੱਭਵਾਂ ਜਵਾਬ ਦੇ ਕੇ ਹੰਕਾਰੀ ਨੂੰ ਚੁੱਪ ਕਰਾਉਣਾ। ਹੰਕਾਰੀ ਵਿਅਕਤੀ ਦੀ ਪਹਿਲੀ ਪਛਾਣ ਇਹ ਕਿ ਉਹਨਾਂ ਦੇ ਸਾਹਮਣੇ ਜੇ ਕੋਈ ਆਪਣੇ ਆਪ ਨੂੰ ਵਧੀਆ ਦੱਸਦਾ ਹੈ ਤਾਂ ਝੱਟ ਹੀ ਗੁੱਸੇ ਵਿੱਚ ਉਸਨੂੰ ਟੁੱਟ ਕੇ ਪੈ ਜਾਂਦਾ ਹੈ, ਕਿਉਂਕਿ ਉਹ ਸਮਝਦੇ ਹਨ ਕਿ ਸਭ ਤੋਂ ਚੰਗਾ ਤਾਂ ਮੈਂ ਹੀ ਹਾਂ, ਹੋਰ ਮੇਰੇ ਤੋਂ ਉੱਤੇ ਕੁਝ ਨਹੀਂ ਹੈ। ਇਸ ਲਈ ਤੁਸੀਂ ਆਤਮ ਵਿਸ਼ਵਾਸ ਪੱਕਾ ਬਣਾ ਕੇ ਰੱਖੋ ਤੇ ਉਸ ਨੂੰ ਜਿਹਾ ਜਵਾਬ ਦੇ ਕੇ ਉਸਨੂੰ ਸ਼ਰਮਿੰਦਾ ਕੀਤਾ ਜਾ ਸਕੇ। ਉਸਨੂੰ ਅੱਗੋਂ ਇਹੋ ਜਿਹਾ ਜਵਾਬ ਦੇਵੋ ਕਿ ਅੱਗੋਂ ਉਹ ਗੁੱਸੇ ਵਿੱਚ ਤੁਹਾਨੂੰ ਕੁਝ ਵੀ ਨਾ ਬੋਲ ਸਕੇ। ਹੰਕਾਰੀ ਵਿਅਕਤੀ ਦਾ ਮਜ਼ਾਕ। ਜੇਕਰ ਕਦੇ ਕਿਸੇ ਹੰਕਾਰੀ ਵਿਅਕਤੀ ਨੇ ਤੁਹਾਡੀ ਬੇਇੱਜ਼ਤੀ ਕਰ ਦਿੱਤੀ ਹੋਵੇ ਤਾਂ ਉਸ ਦੀ ਪਰਵਾਹ ਨਹੀਂ ਕਰਨੀ, ਸਗੋਂ ਆਪਣੇ ਦਿਲ ਨਾਲ ਸਮਝੌਤਾ ਕਰਕੇ ਜਾਂ ਉਸ ਦੀ ਗੱਲ ਵਿੱਚੋਂ ਹੀ ਕੋਈ ਹਾਸੇ ਮਜ਼ਾਕ ਵਾਲੀ ਗੱਲ ਲੱਭ ਕੇ ਉਸ ਦੀ ਗੱਲ ਨੂੰ ਤੁਸੀਂ ਹਾਸੇ ਖੇਡ ਵਿੱਚ ਕਰ ਦੇਵੋ। ਆਕੜ ਖਾਂ ਪ੍ਰਿੰਸੀਪਲ ਤੇ ਵਿਦਿਆਰਥੀਆਂ ਦਾ ਵਤੀਰਾ। ਲੇਖਕ ਇੱਕ ਹੱਡ ਬੀਤੀ ਕਹਾਣੀ ਸੁਣਾਉਂਦੀ ਹੈ ਕਿ ਉਹਨਾਂ ਦੇ ਮੈਡੀਕਲ ਕਾਲਜ ਦਾ ਪ੍ਰਿੰਸੀਪਲ ਬੜਾ ਆਕੜ ਖਾਂ ਸੀ। ਇਸ ਲਈ ਸਾਰੇ ਵਿਦਿਆਰਥੀ ਉਸ ਲਈ ਖੜਕ ਸਿੰਘ ਖੜਕਨੇ ਸੇ ਖੜਕਤੀ ਹੈ ਖਿੜਕੀਆਂ, ਖਿੜਕੀਆਂ ਸੇ ਖੜਕਣੇ ਸੇ ਖੜਕਤਾ ਹੈ ਖੜਕ ਸਿੰਘ, ਇਸ ਤਰ੍ਹਾਂ ਬੋਲ ਕੇ ਆਪਣੇ ਮਨ ਵਿੱਚ ਸਾਰਾ ਗੁਬਾਰ ਕੱਢ ਲੈਂਦੇ ਸੀ ਜਦੋਂ ਪ੍ਰਿੰਸੀਪਲ ਉਹਨਾਂ ਨੂੰ ਬਹੁਤ ਜ਼ਿਆਦਾ ਉਹਨਾਂ ਨਾਲ ਗਲਤ ਵਿਵਹਾਰ ਕਰਦੇ ਸੀਗੇ। ਅੱਗੇ ਹੈ ਬੱਚੋ ਹੰਕਾਰੀ ਵਿਅਕਤੀ ਦੇ ਗੁੱਸੇ ਤੇ ਆਪ ਨੂੰ ਸ਼ਾਂਤ ਰੱਖਣਾ। ਜਦੋਂ ਹੰਕਾਰੀ ਵਿਅਕਤੀ ਤੁਹਾਡੇ ਸਾਹਮਣੇ ਆਉਂਦਾ ਹੈ, ਕਿਸੇ ਚੀਜ਼ ਤੇ ਹੰਕਾਰ ਕਰਦਾ ਹੈ, ਤੁਹਾਡੇ ਉੱਤੇ ਮਜ਼ਾਕ ਤੁਹਾਡਾ ਉਡਾਉਂਦਾ ਹੈ, ਤਾਂ ਬੱਚੋ ਦਿਲ ਦੇ ਉੱਤੇ ਕਦੀ ਵੀ ਗੱਲ ਨਾ ਲਾਓ, ਕਦੀ ਵੀ ਗੁੱਸਾ ਨਾ ਕਰੋ, ਆਪਣੇ ਆਪ ਨੂੰ ਸ਼ਾਂਤ ਰੱਖੋ ਤੇ ਉਸ ਦੀ ਗੱਲ ਨੂੰ ਵੀ ਮਜ਼ਾਕ ਵਿੱਚ ਟਾਲ ਦੇਵੋ। ਸਾਡਾ ਵਿਹਾਰ ਤੇ ਹੰਕਾਰੀ ਸੋਚ। ਸਾਡੇ ਵੱਲੋਂ ਜਿਹੜਾ ਸਾਡਾ ਵਿਹਾਰ ਕਰਨ ਨਾਲ ਜਿਹੜਾ ਹੰਕਾਰੀ ਬੰਦਾ ਇਹ ਸੋਚੇਗਾ ਕਿ ਉਸ ਦੇ ਬੋਲਣ ਦਾ ਅਗਲੇ ਬੰਦੇ ਉੱਤੇ ਕੋਈ ਅਸਰ ਹੀ ਨਹੀਂ ਹੋਇਆ ਤੇ ਉਹ ਐਵੇਂ ਹੀ ਬੋਲੀ ਜਾ ਰਿਹਾ। ਅਜਿਹਾ ਕਰਨ ਨਾਲ ਕੀ ਹੋਏਗਾ ਕਿ ਉਹ ਜਿਹੜਾ ਹੰਕਾਰੀ ਬੰਦਾ ਆਪਣੇ ਆਪ ਹੀ ਚੁੱਪ ਹੋ ਜਾਵੇਗਾ। ਮੌਕੇ ਅਨੁਸਾਰ ਹੰਕਾਰੀ ਨੂੰ ਚੇਤਾਵਨੀ। ਪਰ ਨਾਲ ਹੀ ਇਹ ਵੀ ਸੁਝਾਅ ਦੇਵਾਂਗੇ ਕਿ ਹੰਕਾਰੀ ਵਿਅਕਤੀ ਨੂੰ ਬੜੇ ਧੀਰਜ ਨਾਲ ਉਸ ਨੂੰ ਚੇਤਾਵਨੀ ਦਿਓ ਕਿ ਅੱਗੇ ਤੋਂ ਕੋਈ ਵੀ ਉਹ ਅਜਿਹੀ ਗੱਲ ਨਾ ਕਰੇ ਜਿਸ ਦੇ ਨਾਲ ਕਿਸੇ ਦੀ ਬੇਇੱਜ਼ਤੀ ਹੋਵੇ ਤੇ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ। ਹੰਕਾਰੀ ਦੀ ਪਰਵਾਹ ਨਾ ਕਰੋ। ਜੇਕਰ ਤੁਹਾਡੇ ਵਿੱਚ ਉਸ ਵਿਅਕਤੀ ਨੂੰ ਜਵਾਬ ਦੇਣ ਦੀ ਹਿੰਮਤ ਨਹੀਂ ਪੈਂਦੀ ਤਾਂ ਉਸ ਬਾਰੇ ਸੋਚਣਾ ਹੀ ਛੱਡ ਦਿਓ। ਕਿਤੇ ਉਹ ਮਿਲ ਵੀ ਜਾਵੇ ਤਾਂ ਉਸ ਹੰਕਾਰੀ ਨੂੰ ਅਣਦੇਖਾ ਕਰ ਦਿਓ। ਹੰਕਾਰੀ ਦੀ ਨਾ ਸੁਣੋ। ਜੇਕਰ ਤੁਹਾਨੂੰ ਜਾਪੇ ਕਿ ਹੰਕਾਰੀ ਵਿਅਕਤੀ ਤੁਹਾਡੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰ ਰਿਹਾ, ਉੱਥੇ ਤੁਸੀਂ ਨਾ ਰੁਕੋ। ਤੁਸੀਂ ਇਹ ਸੋਚੋ ਕਿ ਤੁਸੀਂ ਕੰਮ ਵਿੱਚ ਬੜੇ ਰੁੱਝੇ ਹੋਏ ਹੋ, ਉਸ ਨਾਲ ਬਹਿਸ ਨਾ ਕਰੋ ਤੇ ਉਸ ਦੀ ਪਰਵਾਹ ਵੀ ਨਾ ਕਰੋ। ਘਰ ਅਤੇ ਦਫ਼ਤਰ ਵਿੱਚ ਤਾਲਮੇਲ। ਇੱਥੇ ਇਹੀ ਇੱਕ ਗੱਲ ਯਾਦ ਰੱਖਣ ਵਾਲੀ ਹੈ ਕਿ ਜੇਕਰ ਤੁਸੀਂ ਨੌਕਰੀ ਪੇਸ਼ਾ ਤਾਂ ਘਰ ਦੀਆਂ ਗੱਲਾਂ ਦਫ਼ਤਰ ਤੇ ਦਫ਼ਤਰ ਦੀਆਂ ਗੱਲਾਂ ਘਰ ਵਿੱਚ ਨਾ ਲਿਜਾਓ। ਇਹ ਜਿਹੜੀਆਂ ਨੇ ਤਣਾਅ ਪੈਦਾ ਕਰਦੀਆਂ ਨੇ। ਇਸ ਨਾਲ ਰੋਗਾਂ ਨੂੰ ਵੀ ਸੱਦਾ ਮਿਲ ਜਾਂਦਾ ਹੈ। ਪਰ ਹੰਕਾਰੇ ਅਫਸਰ ਦੀ ਕੋਈ ਵੀ ਕਮਜ਼ੋਰੀ ਜ਼ਰੂਰ ਲੱਭ ਲੈਣੀ ਚਾਹੀਦੀ ਹੈ। ਇਹ ਸਿੱਟਾ ਇਹ ਨਿਕਲਦਾ ਹੈ ਕਿ ਜੇਕਰ ਅਸੀਂ ਆਪਣੀ ਸ਼ਖਸੀਅਤ ਵਿੱਚ ਕਮਾਲ ਦਾ ਨਿਖਾਰ ਲਿਆਉਣਾ ਚਾਹੁੰਦੇ ਹਾਂ ਤਾਂ ਸਾਨੂੰ ਇਹ ਗੱਲ ਜਿਹੜੀ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਹੰਕਾਰੀ ਵਿਅਕਤੀ ਦਾ ਅਸਰ ਬਹੁਤ ਮਾੜਾ ਹੁੰਦਾ ਹੈ। ਇਸ ਲਈ ਸਾਨੂੰ ਹੰਕਾਰ ਨੂੰ ਆਪਣੇ ਉੱਤੇ ਹਾਵੀ ਹੋਣ ਨਹੀਂ ਦੇਣਾ ਚਾਹੀਦਾ। ਇਸ ਲਈ ਬੱਚੋ ਆਪਣੇ ਹੰਕਾਰ ਤੋਂ ਬਚੋ, ਹਉਮੈ ਤੇ ਹੈਂਕੜੇ ਤੋਂ ਦੂਰ ਰਹੋ। ਅਗਰ ਤੁਸੀਂ ਇਹਨਾਂ ਚੀਜ਼ਾਂ ਤੋਂ ਦੂਰ ਰਹੋਗੇ ਤਾਂ ਤੁਹਾਡੀ ਜਿਹੜੀ ਜ਼ਿੰਦਗੀ ਬੜੀ ਸ਼ਾਂਤਮਈ ਤੇ ਸੁੱਖਾਂ ਭਰੀ ਬਤੀਤ ਹੋਵੇਗੀ। ਇਸ ਕਰਕੇ ਕਿੰਨੀ ਵੀ ਉੱਚੀ ਪਦਵੀ ਤੁਸੀਂ ਪ੍ਰਾਪਤ ਕਰ ਲਓ, ਕਿੰਨੇ ਵੀ ਤੁਸੀਂ ਅਮੀਰ ਬਣ ਜਾਓ, ਕਿੰਨੇ ਵੀ ਸੋਹਣੇ ਤੁਸੀਂ ਕੱਪੜੇ ਪਾ ਲਓ ਤੇ ਕਦੇ ਵੀ ਆਪਣੇ ਅੰਦਰ ਹੰਕਾਰ ਨਾ ਕਰੋ। ਆਪਣੇ ਦੋਸਤਾਂ ਦੇ ਨਾਲ ਮਿਲ ਕੇ ਚੱਲੋ। ਆਪਣੇ ਤੋਂ ਘੱਟ ਪੈਸੇ ਵਾਲੇ ਜਾਂ ਆਪਣੇ ਘੱਟ ਅਮੀਰ ਜਿਹੜੇ ਦੋਸਤ ਨੇ ਉਹਨਾਂ ਦੀ ਤੁਸੀਂ ਮਦਦ ਕਰੋ, ਉਹਨਾਂ ਦੀ ਹੈਲਪ ਕਰੋ ਤਾਂ ਕਿ ਤੁਹਾਡੀ ਜਿਹੜੀ ਦੋਸਤੀ ਉਹ ਹਮੇਸ਼ਾ ਬਣੀ ਰਹੇ। ਕਦੀ ਵੀ ਆਪਣੀ ਅਮੀਰੀ ਵਿੱਚ ਆ ਕੇ ਆਪਣੇ ਦੋਸਤਾਂ ਦੇ ਨਾਲ ਲੜਾਈ ਝਗੜਾ ਕਰਕੇ ਉਹਨਾਂ ਤੋਂ ਦੂਰ ਨਾ ਜਾਵੋ।
ਹਉਮੈ ਤੋਂ ਬਚਣ ਦੀ ਕੋਸ਼ਿਸ਼ ਕਰੋ, ਹੰਕਾਰ ਤੋਂ ਬਚਣ ਦੀ ਕੋਸ਼ਿਸ਼ ਕਰੋ ਬੱਚਿਓ। ਆਪਣੀ ਦੋਸਤੀ ਆਪਣੇ ਪਰਿਵਾਰ ਵਿੱਚ, ਆਪਣੇ ਰਿਸ਼ਤੇਦਾਰਾਂ ਵਿੱਚ ਹਮੇਸ਼ਾ ਹੀ ਤਾਲਮੇਲ ਬਣਾ ਕੇ ਰੱਖੋ। ਧੰਨਵਾਦ।